कल आप सोलेनॉइड किया ही समझ गई ना वो कल वाला रिजल्ट पता लग गया ही। आइडियल सोलेनॉइड जिहड़ा हुंदा उहदी लेंथ काफ़ी ज़्यादा हुंदी आ। ਇਹੋ ਰਿਜ਼ਲਟ ਹੀ ਲਾਸਟ ਇਹੋ ਹੀ ਹੈ ਨਾ ਰਿਜ਼ਲਟ ਲਾਸਟ μ ਨੋਟ ni/2 cos θ1 ਮਾਈਨਸ cos θ2। ਦੇਖਿਓ ਅੱਜ ਆਪਾਂ ਇਹ ਤੇ ਕੱਲ ਆਪਾਂ ਕਰ ਲਿਆ, ਇਹਦੇ ਵਿੱਚ ਵੇਖਿਓ ਕਿੱਦਾਂ ਚੇਂਜਿਸ ਕਰਾਂਗੇ ਆਪਾਂ ਇਹਦੀ ਲੈਂਥ ਨੂੰ ਕੀ ਕਰ ਦੇਣਾ ਇਨਫਾਈਨਾਈਟ। ਜਿੱਦਾਂ ਇਹਦੀ ਲੈਂਥ ਕਿੰਨੀ ਕੱਲ ਰੱਖੀ ਸੀ L ਤੇ ਇਹਦਾ ਰੇਡੀਅਸ ਕਿੰਨਾ ਰੱਖਿਆ ਸੀ ਆਪਾਂ R। ਇਹ ਕੱਲ ਵਾਲੀ ਡਾਇਗਰਾਮ ਹੀ ਇਸ ਤਰ੍ਹਾਂ ਦੀ। ਹੁਣ ਆਪਾਂ ਕੀ ਕਰਨਾ L ਨੂੰ ਬੜੀ ਦੂਰ ਤੱਕ ਲੈ ਜਾਣਾ, ਇੱਧਰ ਪਲੱਸ ਇਨਫਿਨਿਟੀ, ਇੱਧਰੋਂ ਵੀ ਆਪਾਂ ਲੈ ਗਏ, ਇੱਧਰ ਕਿੰਨਾ ਹੋ ਗਿਆ ਮਾਈਨਸ ਇਨਫਿਨਿਟੀ। ਜਿਹੜਾ L ਆ L ਗ੍ਰੇਟਰ ਦੈਨ ਕਿੰਨਾ ਵੱਡਾ ਕਰ ਦੇਣਾ R ਦੇ ਨਾਲ। ਕਲੀਅਰ ਹੋ ਗਿਆ? ਠੀਕ ਹੈ। ਕੱਲ ਕੋਈ ਨਾ ਕੋਈ ਇਹਦੀ ਜਿੱਦਾਂ ਕਹਿ ਲਓ ਇੱਥੋਂ ਤੱਕ ਸੀਮਤ ਹੀ L ਤੱਕ। ਹੁਣ ਆਪਾਂ ਇਹਨੂੰ ਆਈਡੀਅਲ ਕਰਦੇ ਪਏ ਆ। ਆਈਡੀਅਲ ਸੋਲੇਨਾਈਡ ਉਹੀ ਹੁੰਦਾ ਜਿਹਦੀ ਲੈਂਥ ਬਹੁਤ ਜ਼ਿਆਦਾ ਹੁੰਦੀ। ਕੀ ਚੇਂਜਿਸ ਹੋਣਗੀਆਂ ਜਦੋਂ ਤੁਸੀਂ ਇਹਨੂੰ ਇੱਧਰ ਲਈ ਗਏ ਤੇ ਆਹ ਲਾਈਨ ਵੇਖੋ ਇੱਥੋਂ ਹਟੀ ਜਾਣੀ, ਇਹ ਲਾਈਨ ਇੱਧਰ ਆਈ ਜਾਣੀ, ਐਂਗਲ ਵੱਡਾ ਹੋਈ ਜਾਂਦਾ। ਇਹਨੂੰ ਹੋਰ ਇਨਫਿਨਿਟੀ ਤੱਕ ਲੈ ਗਏ ਤੇ ਇਹ ਲਾਈਨ ਜਿਹੜੀ ਆ ਇਹ ਬਹੁਤ ਜ਼ਿਆਦਾ ਇੱਧਰ ਚੱਲ ਜਾਣੀ। ਮੰਨ ਕੇ ਚੱਲਣਾ ਵੀ ਇਹ ਪੂਰੀ ਸਟਰੇਟ ਹੀ ਹੋ ਜਾਣੀ। ਆਹ ਐਂਗਲ ਵੱਧਦਾ ਕਿੰਨਾ ਹੋ ਜਾਣਾ 180 ਡਿਗਰੀ। ਇਹਨਾਂ ਪਤਾ ਲੱਗ ਗਿਆ ਇਹ ਕਿਹੜਾ ਐਂਗਲ ਹੈਗਾ ਹੀ θ1 ਹੋ ਗਿਆ 180 ਡਿਗਰੀ। ਇੱਧਰ ਵੀ ਇੱਦਾਂ ਚੇਂਜਿਸ ਆਉਣ ਡੀਆਂ। ਆਹ ਲਾਈਨ ਇੱਥੋਂ ਹਟਣ ਦੀ ਅੱਗੇ ਕਿਤੇ ਨਾ ਕਿਤੇ ਜੁੜਦੀ ਪਈ, ਇਹ ਐਂਗਲ ਛੋਟਾ ਹੁੰਦਾ ਪਿਆ। ਜਿਹੜਾ θ2 ਆ ਇਹ ਛੋਟਾ ਹੋਈ ਜਾਣਾ। ਕਿੰਨਾ ਕੁ ਛੋਟਾ ਹੋ ਸਕਦਾ? ਇਨਫਿਨਿਟੀ ਤੱਕ ਜਾਣਾ। ਇਹ ਆਲਮੋਸਟ ਲਾਈਨ ਜਿਹੜੀ ਸਟਰੇਟ ਹੋ ਜਾਣੀ। ਜਿਹੜਾ θ1 ਆ ਉਹ ਤੇ ਆਪਾਂ ਲਿਖਤਾ 180 ਡਿਗਰੀ। θ2 ਜਿਹੜਾ ਵਾ ਉਹ ਲਾਈਨ ਪੂਰੀ ਇਹਦੇ ਨਾਲ ਕੋਇਨਸਾਈਡ ਕਰ ਜਾਣੀ, ਐਂਗਲ ਲੱਭਣਾ ਹੀ ਨਹੀਂ ਇੱਥੇ। ਤੇ ਜਿਹੜਾ ਐਂਗਲ ਹੀ ਇਸ ਜਗ੍ਹਾ ਤੇ θ2 ਉਹ ਕਿੰਨਾ ਹੋ ਗਿਆ 0 ਡਿਗਰੀ। ਇਹ ਚੇਂਜਿਸ ਕਰਤੀਆਂ ਤੇ ਸਾਡਾ ਡੈਰੀਵੇਸ਼ਨ ਦੁਬਾਰਾ ਕਰਨ ਦੀ ਲੋੜ ਹੀ ਨਹੀਂ, ਇਹਦੇ ਚੋਂ ਹੀ ਕੰਮ ਨਿਕਲ ਆਉਣਾ। θ2 ਦੀ ਜਗ੍ਹਾ ਤੇ ਕਿੰਨਾ ਭਰ ਦਾਂਗੇ ਆਪਾਂ 0 ਡਿਗਰੀ। ਨਿਊ ਨੋਟ ni/2 cos 180 ਡਿਗਰੀ ਕਿੰਨਾ ਹੁੰਦਾ। ਜੇ ਚੀਜ਼ਾਂ ਚੇਤਾ ਭੁੱਲ ਜਾਣ ਨਾ, ਐਗਜ਼ੈਕਟ ਪਤਾ ਨਾ ਲੱਗਣ, ਜਾਂ ਤੇ ਇਦਾਂ ਕਰ ਲਓ cos 180 ਡਿਗਰੀ ਨੂੰ ਲਿਖ ਲਓ cos 90 + 90 ਲਿਖ ਸਕਦੇ। 180 ਨੂੰ ਤੋੜਤਾ। cos 90 + θ ਕੀ ਹੁੰਦਾ sin θ। ਤੇ ਕਿਹੜੇ ਕੁਆਡਰੈਂਟ ਵਿੱਚ ਪਹੁੰਚ ਗਿਆ? ਦੂਜੇ 'ਚ ਸਾਈਨ ਹੁੰਦਾ ਨੈਗੇਟਿਵ। sin 90 ਕਿੰਨਾ ਹੁੰਦਾ -1। cos 180 sin 90 ਦੇ ਬਰਾਬਰ ਹੁੰਦਾ ਤੇ -sin 90 ਦੇ ਬਰਾਬਰ, ਤੇ ਉਹ ਅੱਗੇ -1 ਦੇ ਬਰਾਬਰ ਹੁੰਦਾ। ਇੱਥੇ ਆ ਗਿਆ -1 ਜਾਂ ਸਿੱਧਾ ਯਾਦ ਰੱਖ ਲਿਓ cos 180 -1 ਹੁੰਦਾ।
ਤੇ cos 0 ਕਿੰਨਾ ਹੁੰਦਾ 1, ਵਿਚਕਾਰ ਕਿਹੜਾ ਸਾਈਨ ਮਾਈਨਸ ਦਾ, ਕੀ ਆ ਜਾਊਗਾ ਇਹਦਾ ਰਿਜ਼ਲਟ, ਇੱਥੇ ਆ ਜਾਣਾ ਮਿਊ ਨੋਟ ni/2 ਮਾਈਨਸ ਮਾਈਨਸ ਪਲੱਸ -2, 2 ਨਾਲ 2 ਕੈਂਸਲ, b ਦੀ ਵੈਲਿਊ ਕਿੰਨੀ ਆ ਗਈ ਮਾਈਨਸ ਮਿਊ ਨੋਟ ni, ਤੇ ਜੇ ਇਹਦਾ ਮੈਗਨੀਟਿਊਡ ਕਰਾਂਗੇ ਇਹਨੂੰ ਪੋਜ਼ਿਟਿਵ ਲਿਖ ਦੇਣਾ। ਤੇ ਇਹ ਮੈਂ ਤੁਹਾਨੂੰ ਰਿਜ਼ਲਟ ਪਹਿਲੋਂ ਦੱਸ ਚੁੱਕੇ ਹਾਂ ਜਦੋਂ ਆਪਾਂ ਸੋਲੇਨੋਇਡ ਪੜ੍ਹਨ ਲੱਗੇ ਸੀ ਵੀ ਇਹ ਆਨਸਰ ਆਇਆ ਕਰਨੇ ਨਿਊ ਨੋਟ ni, ਬੜਾ ਫੇਮਸ ਰਿਜ਼ਲਟ ਹੈ, ਯਾਦ ਰੱਖਿਓ। ਇੱਕ ਚੀਜ਼ ਹੋਰ ਨਾਲ ਸਮਝਾਦਾ ਫਿਰ ਨੋਟ ਕਰਿਓ, ਇੱਕ ਇਹਦਾ ਸਪੈਸ਼ਲ ਕੇਸ ਦੇਖੋ, ਜਿੱਦਾਂ ਇੱਥੇ ਮੈਂ ਡਾਟ ਨਹੀਂ ਬਣਾਉਣਾ, ਤੁਹਾਨੂੰ ਪਤਾ ਹੀ ਆ ਨਾ, ਉੱਪਰ ਕਰੰਟ ਦੀ ਡਾਇਰੈਕਸ਼ਨ ਤੇ ਹੇਠਾਂ ਕਰੰਟ ਦੀ ਡਾਇਰੈਕਸ਼ਨ, ਮੈਂ ਸਿੱਧੀਆਂ ਦੋ ਲਾਈਨਾਂ ਬਣਾਤੀਆਂ। ਪੁਆਇੰਟ ਜਿਹੜਾ P ਅੱਗੇ ਇੱਥੇ ਹੀ ਨਾ, ਉਹਨੂੰ ਆਪਾਂ ਇੱਕ ਐਂਡ ਤੇ ਲੈ ਗਏ ਕੰਢੇ ਤੇ ਪੂਰਾ, ਇਸ ਜਗ੍ਹਾ ਤੇ ਪੁਆਇੰਟ P ਨੂੰ ਲੈ ਗਏ, ਇਧਰੋਂ ਇਨਫਿਨਿਟੀ ਤੱਕ ਆ, ਇਧਰੋਂ ਰੋਕਤਾ ਆਪਾਂ, ਸਿਰਫ ਇੱਕ ਬੰਨਿਓ ਇਨਫਿਨਿਟੀ ਤੱਕ ਜਾਂਦਾ ਪਿਆ, ਜਿੱਧਰਲੇ ਬੰਨਿਓ ਇਨਫਿਨਿਟੀ ਤੱਕ ਜਾਂਦਾ ਪਿਆ ਉਧਰ ਨੂੰ ਐਂਗਲ ਕਿੰਨੇ ਡਿਗਰੀ ਦਾ ਹੋ ਜਾਣਾ 180 ਡਿਗਰੀ ਦਾ। ਆ ਵੇਖੋ 180 ਡਿਗਰੀ ਦਾ ਹੋ ਗਿਆ, θ1 ਕਿੰਨਾ 180 ਡਿਗਰੀ ਦਾ, ਤੇ ਦੂਜਾ ਐਂਗਲ ਇਸ ਜਗ੍ਹਾ ਤੇ ਕਿੰਨੇ ਡਿਗਰੀ ਦਾ ਹੋ ਜਾਣਾ 90 ਡਿਗਰੀ ਦਾ, θ2 ਕਿਹਦੇ ਬਰਾਬਰ 90 ਡਿਗਰੀ ਦੇ। ਆਪਾਂ ਇੱਥੇ ਪਤਾ ਕੀ ਕਰਨ ਆਏ ਆ, b ਦੀ ਵੈਲਿਊ ਐਟ ਐਂਡ, ਕਿਸੇ ਐਂਡ ਦੇ ਉੱਪਰ ਕਿੰਨੀ ਹੋ ਸਕਦੀ, b ਦਾ ਕੀ ਫਾਰਮੂਲਾ ਹੈਗਾ ਵਾ, ਜਨਰਲ ਫਾਰਮੂਲਾ ਨਿਊ ਨੋਟ ni/2 cos θ1 ਦੀ ਜਗ੍ਹਾ ਤੇ ਕਿੰਨਾ ਭਰੀਏ 180 ਡਿਗਰੀ, cos θ2 ਦੀ ਜਗ੍ਹਾ ਤੇ ਕਿੰਨਾ ਭਰ ਦਈਏ ਹੁਣ 90 ਡਿਗਰੀ, ਨਿਊ ਨੋਟ ni/2 cos 180 -1 cos 90 0 ਆ ਗਿਆ, ਮਾਈਨਸ ਨਿਊ ਨੋਟ ni/2, ਜੇਕਰ ਇਹਦਾ ਮੈਗਨੀਟਿਊਡ ਆਪਾਂ ਕਰਾਂਗੇ ਫਿਰ ਮਾਈਨਸ ਨਹੀਂ ਲਾਉਣਾ ਹੁੰਦਾ, ਵੈਸੇ ਐਕਸਪ੍ਰੈਸ਼ਨ 'ਚ ਮਾਈਨਸ ਆਉਂਦਾ ਵਾ, ਠੀਕ ਹੈ। ਆ ਇਹਦਾ ਐਕਸਪ੍ਰੈਸ਼ਨ ਯਾਦ ਰੱਖ ਲਿਓ। ਇੱਕ ਸਿੰਪਲ ਹੁਣ ਰਹਿ ਗਿਆ ਇਹਦਾ ਗ੍ਰਾਫ ਬਣਾਉਣ ਵਾਲਾ, ਤੇ ਸੋਲੇਨੋਇਡ ਦਾ ਆਪਣਾ ਪਤਾ ਲੱਗ ਗਿਆ ਤੁਹਾਨੂੰ ਨਾ। ਇਹੋ ਡੈਰੀਵੇਸ਼ਨ ਮੈਂ ਹੁਣ ਕਰਾਊਂਗਾ ਐਂਪੀਅਰ ਸਰਕੂਟਲ ਲਾ ਦੇ ਨਾਲ। ਕੱਲ ਤੁਹਾਨੂੰ ਡੈਰੀਵੇਸ਼ਨ ਕਿਤੇ ਨਾ ਕਿਤੇ ਤੇ ਔਖੀ ਲੰਬੀ ਜੀ ਲੱਗੀ ਆ ਨਾ, ਇਹੋ ਹੀ ਰਿਜ਼ਲਟ ਆਪਾਂ ਐਂਪੀਅਰ ਸਰਕੂਟਲ ਲਾ ਨਾਲ ਕੱਢਾਂਗੇ, ਉਹ ਸੌਖਾ ਹੀ ਲੱਗੂਗਾ। ਤੇ ਦੋਨਾਂ ਚੋਂ ਜਿਹੜੀ ਡੈਰੀਵੇਸ਼ਨ ਤੁਹਾਡੇ ਕੰਮ ਆ ਜੇ ਦੇਖ ਲਿਓ। ਇਹਦੀ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਵੀ ਸਿੱਖੋ। ਤਿੰਨ ਰਿਜ਼ਲਟ ਆਏ ਸਾਡੇ ਕੋਲ, ਇੱਕ ਤੇ ਐਟ ਸੈਂਟਰ b ਦੀ ਵੈਲਿਊ ਕਿੰਨੀ ਆਈ ਆ ਨਿਊ ਨੋਟ ni, ਨਿਊ ਨੋਟ ni ਇਨਫਾਈਨਾਈਟ ਦੀ ਗੱਲ ਕਰਦਾ ਪਿਆ। ਜਿਸ ਤਰ੍ਹਾਂ ਇਨਫਾਈਨਾਈਟ ਹੁੰਦਾ ਨਾ ਵੀ ਇਹਦੀ ਲੈਂਥ ਜਿਹੜੀ ਕਾਫੀ ਜ਼ਿਆਦਾ, ਇਧਰਲੇ ਬੰਨੇ ਨੂੰ ਵੀ ਇਧਰਲੇ ਬੰਨੇ ਨੂੰ ਵੀ, ਤੇ ਇੱਥੇ ਕਿਤੇ P ਪੁਆਇੰਟ ਪਿਆ ਵਾ, P ਪੁਆਇੰਟ ਪਿਆ, ਤੇ ਇੱਕ ਐਂਗਲ ਹੋ ਗਿਆ ਸੀ 180 ਡਿਗਰੀ, ਇੱਕ ਐਂਗਲ ਹੋ ਗਿਆ ਸੀ 0 ਡਿਗਰੀ, ਆ θ2 ਹੀ θ1 ਹੀ, ਤੇ ਉਦੋਂ ਆ ਰਿਜ਼ਲਟ ਆਇਆ ਸੀ ਸਾਡਾ। ਮੈਗਨੀਟਿਊਡ ਕਰ ਦਈਏ ਤੇ ਪੋਜ਼ਿਟਿਵ ਹੋ ਜਾਂਦਾ ਸੀ ਨਾ, ਭਾਵੇਂ ਮਾਈਨਸ 'ਚ ਵੈਲਿਊ ਆਈ ਸੀ, ਇੱਕ b ਦੀ ਵੈਲਿਊ ਇਹ ਆਈ ਸੀ। ਜੇਕਰ ਆਪਾਂ ਕਿਸੇ ਕਾਰਨਰ ਦੀ ਗੱਲ ਕਰੀਏ ਐਟ ਐਨੀ ਐਂਡ, ਭਾਵੇਂ ਲੈਫਟ ਸਾਈਡ ਤੇ ਚੱਲ ਜਾਓ, ਰਾਈਟ ਵੱਲ ਚੱਲ ਜਾਓ, ਭਾਵੇਂ ਲੈਫਟ ਵੱਲ ਚੱਲ ਜਾਓ, ਕਿਸੇ ਵੀ ਐਂਡ ਤੇ ਜੇਕਰ ਜਾਣੇ ਤੇ b ਦੀ ਵੈਲਿਊ ਕਿੰਨੀ ਆਈ ਸੀ ਨਿਊ ਨੋਟ ni/2,
ਆ ਵੇਖੋ आई ना न्यू नॉट एन आई बाय 2 ये ਆਪਾਂ एक एंड ते चैक किया ही जाके इनू पी पॉइंट नू इत्थे लै गए ही एंड दे उपर उदों एक एंगल ते किन्ना रहा ही 180 डिग्री जेड़ा θ1 ही पर θ2 किन्ना हो गया ही 90 डिग्री। ये रिजल्ट आया ही। ग्राफ देखो हुण इहदा एक एक्सिस किनू रिप्रजेंट करूगा मैग्नैटिक फील्ड नू, एक एक्सिस किनू रिप्रजेंट करूगा लेंथ नू। एक मैग्नैटिक फील्ड नू रिप्रजेंट करूगा ते एक किनू रिप्रजेंट करूगा लेंथ नू। जेकर मैं गल करदा पिया सेंटर दी, सेंटर दी गल करदा पिया, सेंटर ते मैग्नैटिक फील्ड मैक्सीमम है ना, फिर अद्धी रह जाती। आ देखो आ मैक्सीमम तो फिर उन्होंने 2 ਨਾਲ डिवाइड करके घट ही गई ना। सेंटर ते मैग्नैटिक फील्ड हैगी पूरी मैक्सीमम B = न्यू नॉट एन आई। हुण जे आ मैक्सीमम तो यदा अद्धा इत्थे लिख दिन्ने B = न्यू नॉट एन आई बाय 2। ये कित्थे जाके आ, ये है जिद्दां सेंटर ते आ वा, जिद्दां जिद्दां आपां एक कंढे वाल चल जाने, भावें इधरले कंढे वाल चल जाओ भावें इधरले एंड वाल चल जाओ, जे इस जगह ते जाओगे तो मैग्नैटिक फील्ड इन्नी रह जाती, जे इधरले कंढे ते जाओगे मैग्नैटिक फील्ड इन्नी रह जाती। सेंटर ते इन्नी जे जिद्दां जिद्दां इधर नूं मूव करदे इत्थे जाके आ वैल्यू रह गई, परले बन्ने नूं मूव कर लो तां भी ये वैल्यू रह जानी। इस तरह का इहदा कर्व आउणा, लग जू पता। ठीक, ये खत्म होया अपना। हुण एम्पीयर सर्कुलर लॉ ना करांगे, इनू बना लो ग्राफ नूं। जिन्होंने कल वाली डेरीवेशन औखी लगी ही वो आ जरूर समझ लियो, ये भी वो रिजल्ट आना जे। आइडियल सोलेनोइड पता लग गया ना, जिहदी लेंथ काफ़ी ज़्यादा होंगी रेडियस के कंपैरिजन। बाउंड्री बनाने सोलेनोइड की, डायग्राम उदां दी होगी, बस इस थीटा वगैरह नहीं आपां कोई लिखना। एल जिहड़ा वा वो काफ़ी ज़्यादा होना आर दे नालों। आइडियल सोलेनोइड की पछाण की आ, एल ग्रेटर दैन किहदे नालों, आर दे नालों। उस तो बाद देखियो इत्थे मान लो पॉइंट हैगा पी, अगे भी इत्थे इदां ही, पर अगे आपां इधर θ1 इधर θ2 लिखिया ही। हुण आपां इदां दा कुछ नहीं करना, बस अपना आंसर आ बनना चाहिए B = न्यू नॉट एन आई। आ आंसर लैके आना आपां।
ਅੰਪੀਅਰ ਲਾ ਦੀ ਪਹਿਲੀ ਕੰਡੀਸ਼ਨ ਕੀ ਹੁੰਦੀ, ਸਾਨੂੰ ਅੰਪੀਰੀਅਨ ਲੂਪ ਚਾਹੀਦੀ, ਅੰਪੀਰੀਅਨ ਸਰਫੇਸ ਚਾਹੀਦਾ, ਅੰਪੀਰੀਅਨ ਲੂਪ ਡਰਾ ਕਰਨੀ ਆਪਾਂ। ਉਹ ਲੂਪ ਜਿਹੜੀ ਉਹ ਪੀ ਪੁਆਇੰਟ ਚੋਂ ਵੀ ਪਾਸ ਕਰਨੀ ਚਾਹੀਦੀ। ਆਪਾਂ ਇਸ ਤਰ੍ਹਾਂ ਦੀ ਕੋਈ ਲੂਪ ਡਰਾ ਕਰਤੀ ਜਿਹੜੀ ਪੀ ਪੁਆਇੰਟ ਚੋਂ ਵੀ ਪਾਸ ਕਰਦੀ ਪਈ, ਜਿਹਦਾ ਨਾਮ ਕੀ ਰੱਖਿਆ, ਏ ਬੀ ਸੀ ਤੇ ਡੀ। ਏ ਬੀ ਸੀ ਤੇ ਡੀ ਅੰਪੀਰੀਅਨ ਲੂਪ ਕਿਹੜੀ ਆ, ਏ ਬੀ ਸੀ ਤੇ ਡੀ। ਇੱਕ ਹੈਗਾ ਵਾ ਸਕੇਅਰ ਜਿਹਦੀਆਂ ਚਾਰੇ ਸਾਈਡਾਂ ਸੇਮ ਆ, ਸਕੇਅਰ ਲੈ ਲਿਆ, ਚਾਰੇ ਸਾਈਡਾਂ ਸੇਮ ਆ, ਸਿਮੈਟ੍ਰਿਕ ਆ, ਹਰ ਇੱਕ ਕਾਰਨਰ ਤੇ ਐਂਗਲ ਕਿੰਨਾ 90 ਡਿਗਰੀ ਦਾ, ਸਾਰਾ ਕੁਝ ਇਹਦਾ ਠੀਕ ਆ। ਅੰਪੀਰੀਅਨ ਲੂਪ ਆਪਾਂ ਇਹਨੂੰ ਕਹਿ ਸਕਦੇ। ਦੂਸਰੀ ਕੰਡੀਸ਼ਨ ਅੰਪੀਅਰ ਲਾ ਦੀ ਦੂਸਰੀ ਕੰਡੀਸ਼ਨ ਹੁੰਦੀ ਸੀ ਆਪਾਂ ਕਿਹਦੀ ਵੈਲਿਊ ਪਤਾ ਕਰਨੀ, ਬੀ ਡਾਟ ਡੀ ਐਲ ਦੀ। ਬੀ ਡਾਟ ਡੀ ਐਲ ਦੀ ਕਿੰਨੀਆਂ ਲੈਂਥਾਂ ਵਾ ਦੇਖੋ, ਏ ਬੀ ਲੈਂਥ ਆ, ਇੱਕ ਇੰਟੀਗ੍ਰੇਸ਼ਨ ਹੋਣੀ ਏ ਬੀ ਲੈਂਥ ਦੀ, ਦੂਸਰੀ ਲੈਂਥ ਕਿਹੜੀ ਆ, ਬੀ ਸੀ, ਤੀਸਰੀ ਲੈਂਥ ਕਿਹੜੀ ਆ, ਸੀ ਡੀ, ਚੌਥੀ ਲੈਂਥ ਕਿਹੜੀ ਆ, ਡੀ ਏ। ਡੀ ਤੇ ਏ, ਡੀ ਏ ਲੈਂਥ ਆ, ਸਾਰਿਆਂ 'ਚ ਕੀ ਲਿਖ ਦੇਣਾ, ਬੀ ਡੀ ਐਲ ਕੋਸ ਥੀਟਾ, ਡਾਟ ਹਟਾ ਦੇਣਾ, ਇੱਥੇ ਵੀ ਕੀ ਆ ਜਾਣਾ, ਬੀ ਟੀ ਐਲ ਕੋਸ ਥੀਟਾ, ਇੱਥੇ ਵੀ ਆ ਜਾਣਾ ਬੀ ਡੀ ਐਲ ਕੋਸ ਥੀਟਾ, ਇੱਥੇ ਵੀ ਬੀ ਡੀ ਐਲ ਕੋਸ ਥੀਟਾ। ਪਹਿਲੀ ਗੱਲ ਇਹਨਾਂ ਦੇ ਵਿੱਚ ਧਿਆਨ ਨਾਲ ਦੇਖੋ ਕਿੱਥੇ 90 ਡਿਗਰੀ ਬਣਦਾ ਪਿਆ, ਕਿਉਂਕਿ ਕੋਸ 90 ਕਿੰਨਾ ਹੁੰਦਾ, 0। ਬੀ ਤੇ ਡੀ ਐਲ ਕਿੱਥੇ ਆਉਂਦੇ ਪਏ, ਪਰਪੈਂਡੀਕੂਲਰ। ਬੀ ਜਿਹੜਾ ਹੈਗਾ ਨਾ ਮੈਗਨੈਟਿਕ ਫੀਲਡ, ਉਹਦੀ ਡਾਇਰੈਕਸ਼ਨ ਹੋਣੀ ਅਲੋਂਗ ਦਾ ਐਕਸਿਸ, ਇੱਧਰ ਨੂੰ ਡਾਇਰੈਕਸ਼ਨ ਹੈਗੀ ਬੀ ਦੀ ਡਾਇਰੈਕਸ਼ਨ। ਜੇ ਤੁਸੀਂ ਚੱਲੇ ਕਿੱਦਾਂ, ਏ ਬੀ ਐਲ ਦੇਖੋ, ਏ ਬੀ ਹੈਗਾ ਇੱਧਰ ਨੂੰ, ਬੀ ਦੀ ਡਾਇਰੈਕਸ਼ਨ ਹੈਗੀ ਪਰੇ ਨੂੰ, ਇੱਕ ਚੀਜ਼ ਹੇਠਾਂ ਨੂੰ ਆ, ਬੀ ਹੈਗਾ ਪਰੇ ਨੂੰ, ਤੇ ਦੋਨਾਂ 'ਚ ਐਂਗਲ ਕਿੰਨਾ ਹੋ ਗਿਆ, 90 ਡਿਗਰੀ ਦਾ, ਤੇ cos 90 ਕਿੰਨਾ ਹੋ ਗਿਆ, 0। ਇਹ 0 ਹੋ ਜਾਣਾ, ਇਹਨੂੰ ਇੱਥੇ ਹੀ ਖਤਮ ਕਰੀਏ ਆਪਾਂ, ਇੰਨਾ ਪਤਾ ਲੱਗਦਾ। ਹੋਰ 0 ਕਿਹੜਾ ਹੋਊਗਾ, ਆ ਵੇਖੋ ਜੇ ਤੁਸੀਂ ਇੱਦਾਂ ਘੁੰਮਦੇ ਪਏ, ਇਸ ਤਰ੍ਹਾਂ ਘੁੰਮਦੇ ਪਏ, ਇੱਕ ਸੀ ਡੀ ਆਖੋ, ਸੀ ਡੀ ਲਿਖਿਆ ਨਾ, ਸੀ ਡੀ ਦਾ ਐਰੋ ਹੈਗਾ ਉੱਪਰ ਨੂੰ ਤੇ ਬੀ ਦੀ ਡਾਇਰੈਕਸ਼ਨ ਹੈਗੀ ਪਰੇ ਨੂੰ, ਦੋਨਾਂ 'ਚ ਐਂਗਲ ਕਿੰਨੇ ਡਿਗਰੀ ਦਾ, 90 ਡਿਗਰੀ ਦਾ। ਇੱਕ ਸੀ ਡੀ ਵੀ 0 ਹੋ ਗਿਆ, ਬਚੇ ਆ ਦੋ ਚੀਜ਼ਾਂ। ਜਿਹੜਾ ਤੇ ਹੋਊਗਾ ਨਾ ਆਊਟਸਾਈਡ ਤੇ ਮੈਗਨੈਟਿਕ ਫੀਲਡ 0 ਹੁੰਦੀ, ਆਊਟਸਾਈਡ ਤੇ ਮੈਗਨੈਟਿਕ ਫੀਲਡ ਕੀ ਹੁੰਦੀ ਜੇ 0, ਕਾਰਨ ਕੀ ਹੁੰਦਾ ਵਾ, ਆ ਵੇਖਿਓ ਮੈਂ ਇੱਕੋ ਲਾਈਨ ਬਣਾਉਣਾ ਇਸ ਤਰ੍ਹਾਂ ਦੀ, ਇੱਕੋ ਆ ਸਰਫੇਸ ਬਣਾਇਆ, ਇੱਥੇ ਕਰੰਟ ਕਿੰਨਾ ਹੈਗਾ ਵਾ, ਇਹ ਕਿੱਧਰ ਨੂੰ ਆਉਂਦਾ ਪਿਆ, ਸਾਡੇ ਵੱਲ ਨੂੰ। ਜੇ ਮੈਂ ਇਦਾਂ ਅੰਗੂਠਾ ਬਣਾਵਾਂ ਆਪਣੇ ਵੱਲ ਨੂੰ ਤੇ ਉਂਗਲਾਂ ਇਦਾਂ ਮੁੜਦੀਆਂ ਨਾ, ਫਿਰ ਜੇ ਕਰੰਟ ਸਾਡੇ ਵੱਲ ਨੂੰ ਆਉਂਦਾ ਪਿਆ, ਮੈਗਨੈਟਿਕ ਫੀਲਡ ਇਸ ਤਰ੍ਹਾਂ ਹੁੰਦੀ। ਜੇ ਕਰੰਟ ਸਾਡੇ ਵੱਲ ਨੂੰ ਆਉਂਦਾ ਪਿਆ ਤੇ ਮੈਗਨੈਟਿਕ ਫੀਲਡ ਇਸ ਤਰ੍ਹਾਂ ਹੁੰਦੀ। ਫਿਰ ਦੇਖਿਓ, ਜੇ ਕਰੰਟ ਸਾਡੇ ਵੱਲ ਨੂੰ ਆਉਂਦਾ ਪਿਆ ਤੇ ਮੈਗਨੈਟਿਕ ਫੀਲਡ ਇਸ ਤਰ੍ਹਾਂ ਹੋਊਗੀ। ਹੁਣ ਇਸ ਜਗ੍ਹਾ ਤੇ ਡਾਊਨਵਰਡ, ਇੱਥੇ ਅਪਵਰਡ, ਫਿਰ ਡਾਊਨਵਰਡ ਘੁੰਮਣ ਦੀ, ਇੱਥੇ ਅਪਵਰਡ। ਆ ਸਮਝ ਲੱਗਦਾ, ਇੱਦਾਂ ਘੁੰਮਦੀ ਪਈ ਨਾ, ਇੱਕ ਐਰੋ ਤਾਂ ਨੂੰ, ਇੱਕ ਐਰੋ ਠਾਂ ਨੂੰ ਕੈਂਸਲ ਹੋ ਗਈ, ਇੱਕ ਐਰੋ ਤਾਂ ਨੂੰ, ਇੱਕ ਐਰੋ ਠਾਂ ਨੂੰ ਕੈਂਸਲ ਹੋ ਗਈ। ਤੇ ਇਨਸਾਈਡ ਵੇਖੋਗੇ ਸਾਰੇ ਐਰੋ ਜਿਹੜੇ ਇੱਕੋ ਡਾਇਰੈਕਸ਼ਨ ਦੇ ਵਿੱਚ ਇਦਾਂ ਹੀ ਚੱਲਦੇ ਰਹਿਣੇ ਆ। ਤੁਸੀਂ ਇੰਨਾ ਯਾਦ ਰੱਖ ਲਓ, ਇੱਥੇ ਉੱਪਰ ਐਰੋ ਇੱਕ ਦੂਜੇ ਨਾਲ ਕੈਂਸਲ ਹੋ ਜਾਂਦੇ। ਇਹ ਨਾ ਵੇਖੋ ਵੀ ਉੱਪਰ ਆ ਇੱਕੋ ਡਾਇਰੈਕਸ਼ਨ ਚੱਲਦੇ ਪਏ, ਇਹਨਾਂ ਨੇ ਇੱਥੇ ਹੀ ਕੈਂਸਲ ਹੋ ਜਾਣਾ ਤੇ ਉੱਪਰ ਮੈਗਨੈਟਿਕ ਫੀਲਡ ਕਿੰਨੀ ਹੁੰਦੀ ਆ, 0। ਸੋਲੇਨੋਇਡ ਦੇ ਇਧਰਲੇ ਬੰਨੇ ਤੇ ਇਧਰਲੇ ਬੰਨੇ ਆਊਟਸਾਈਡ ਮੈਗਨੈਟਿਕ ਫੀਲਡ ਕਿੰਨੀ ਹੁੰਦੀ, 0। ਇਨਸਾਈਡ ਮੈਗਨੈਟਿਕ ਫੀਲਡ ਕੋਈ ਨਾ ਕੋਈ ਹੁੰਦੀ, ਉਹ ਆ ਆਨਸਰ ਹੁੰਦਾ, P = μ0 n। ਕਲੀਅਰ। ਹੁਣ ਇਹਨਾਂ ਦੋਨਾਂ ਵਿੱਚੋਂ ਆਊਟਸਾਈਡ ਕਿਹੜਾ, DA ਨਾ, ਇਨਸਾਈਡ ਕਿਹੜਾ, BC। ਆ ਹੈਗਾ ਜੇ ਇਨਸਾਈਡ, ਫਿਰ ਇਹੋ ਕੱਲਾ ਬਚਿਆ ਆਊਟਸਾਈਡ ਵਾਲਾ ਕਿਹੜਾ ਹੈਗਾ ਹੀ, D ਤੇ A ਕੀ ਹੋ ਗਿਆ, ਕੈਂਸਲ। ਕਿੰਨਾ ਹੋ ਗਿਆ, ਇਹ 0। ਸੈਕਿੰਡ ਪਾਰਟ ਇਹਨੂੰ ਹੁਣ ਕਵਰ ਕਰੀਏ ਪੂਰਾ। ਕੀ ਆ ਜਾਊਗਾ, B.DL ਕੀ ਬਚਿਆ, ਸਿਰਫ
BC ਸਰਫੇਸ ਲਾਈਨ ਜੀ ਬਚੀ BDL BDL cos ਕਿੰਨਾ ਆਊਗਾ ਦੋਨਾਂ ਦੀ ਡਾਇਰੈਕਸ਼ਨ ਦੇਖੋ 0 ਡਿਗਰੀ ਆ ਜਾਊ cos ਕਿੰਨਾ ਆ ਜਾਣਾ 0 ਡਿਗਰੀ cos 0 ਕਿੰਨਾ ਹੁੰਦਾ 1 ਤੇ DL ਦੀ ਇੰਟੀਗ੍ਰੇਸ਼ਨ ਕਰਤੀ ਕਿੰਨੀ ਹੋ ਗਈ L ਇਹਦੀ ਵੈਲਿਊ BL ਆ ਗਈ ਦੋ ਪਾਰਟ ਕਵਰ ਹੋ ਗਏ ਸਮਝ ਤੀਸਰਾ ਪਾਰਟ ਕੀ ਹੁੰਦਾ ਇਹਦੇ ਚ ਕੀ ਪਤਾ ਕਰੀਦਾ ਕਰੰਟ ਇਨਸਾਈਡ ਕੀ ਪਤਾ ਕਰੀਦਾ ਕਰੰਟ ਇਨਸਾਈਡ ਥਰਡ ਹੈਗਾ ਜੇ ਕਰੰਟ ਇਨਸਾਈਡ ਕਿੰਨਾ ਕਰੰਟ ਇਨਸਾਈਡ ਕਿੰਨਾ ਵੇਖੋ ਆ ਵੀ ਕਰੰਟ ਆ ਡਾਟ ਕਰੰਟ ਨੂੰ ਰਿਪਰੈਜ਼ੈਂਟ ਕਰਦੀ ਪਈ ਆ ਵੀ ਕਰੰਟ ਆ ਵੀ ਕਰੰਟ ਆ ਵੀ ਕਰੰਟ ਇਸ ਤਰ੍ਹਾਂ ਇਦਾਂ ਕਰਦੇ ਕਰਦੇ ਇਹ ਇਨਫਾਈਨਾਈਟ ਤੱਕ ਹੈਗੇ ਆਪਾਂ ਕਹਿ ਸਕਦੇ n ਟਾਈਮਸ ਹੈਗੇ ਜਿੱਦਾਂ ਮੰਨ ਲਓ ਮੈਂ ਇਹਨੂੰ L ਕਹਿਦਾ ਇੰਨੀ ਕੁ ਲੈਂਥ ਨੂੰ ਆ ਵੀ L ਆ ਵੀ L ਆ ਵੀ L ਆ ਇਹ ਕਿੱਥੋਂ ਤੱਕ ਜਾਂਦੇ ਪਏ n ਟਾਈਮਸ ਤੱਕ L ਜਿਹੜਾ ਵਾ ਉਹ ਕਿੱਥੋਂ ਤੱਕ ਜਾਂਦਾ ਪਿਆ n ਟਾਈਮਸ ਤੱਕ ਤੇ ਓਨੇ ਹੀ ਕੀ ਨੇ ਕਰੰਟ ਜਿੱਦਾਂ ਮੰਨ ਲਓ ਮੈਂ ਇੰਨਾ ਕੁ L ਲਿਖਿਆ L ਤੇ L ਕਿੱਥੋਂ ਤੱਕ ਵਧਣ ਡਿਆ ਇਨਫਿਨਿਟੀ ਤੱਕ ਨਾ ਇੰਨੇ ਕੁ L ਦੇ ਵਿੱਚ ਕਰੰਟ ਹੈਗਾ ਫਿਰ ਕਿੱਥੋਂ ਤੱਕ ਜਾਣਾ n ਟਾਈਮਸ ਤੱਕ ਲੱਗ ਜੂ ਪਤਾ L ਜਿਹੜਾ ਉਹ ਕਿੱਥੋਂ ਤੱਕ ਜਾਣਾ ਵਾ n ਟਾਈਮਸ ਤੱਕ ਤੇ ਹਰ ਇੱਕ ਜਗ੍ਹਾ ਤੇ ਕੀ ਹੋਣਾ ਉੱਥੇ ਕਰੰਟ ਹੋਊਗਾ ਆ ਇਨਸਾਈਡ ਕਰੰਟ ਹੋਣਾ ਜੇ NLI ਚੌਥੀ ਚੀਜ਼ ਕੀ ਕਰੀਦੀ ਆਪਾਂ ਅਪਲਾਈ ਕਰਨਾ ਅੰਪੀਅਰ ਲਾ ਕੀ ਹੁੰਦਾ ਹੀ B.dl = μ0I B.dl ਦੀ ਕਿੰਨੀ ਵੈਲਿਊ ਆਈ BL μ0I ਦੀ ਕਿੰਨੀ ਵੈਲਿਊ ਆਈ NLI L ਨਾ L ਕੈਂਸਲ ਹੋ ਗਿਆ ਆ ਵੇਖੋ ਰਿਜ਼ਲਟ ਬਣ ਗਿਆ ਆ ਜੀ ਲੱਗ ਜਾਂਦਾ ਪਤਾ ਠੀਕ ਹੈ ਇਹਨੂੰ ਧਿਆਨ ਨਾਲ ਦੇਖਿਓ ਆ ਸੋਲੀਨੋਇਡ ਹੈਗਾ ਆ ਹੈਗੀਆਂ ਨਾ ਰਿੰਗਸ ਹੈਗੀਆਂ ਨਾ ਹੈਲੀਕਲ ਦੇ ਵਿੱਚ ਆਪਾਂ ਇਹਨਾਂ ਨੂੰ ਕੀਤਾ ਤੇ ਇਹਨੂੰ ਬੈਟਰੀ ਨਾਲ ਜੋੜਤਾ ਇਹਨੂੰ ਸੋਲੀਨੋਇਡ ਕਹਾਂਗੇ ਆਪਾਂ ਇੱਥੇ ਮੈਗਨੈਟਿਕ ਫੀਲਡ ਕਿੱਥੇ ਕੁ ਐਗਜ਼ਿਸਟ ਕਰ ਸਕਦੀ ਹੈ ਜੇਕਰ ਮੈਂ ਇੱਥੇ ਪੁਆਇੰਟ ਲੈਣਾ P ਪੁਆਇੰਟ ਆ P ਪੁਆਇੰਟ ਆ ਇਹਨੂੰ ਇੱਥੇ ਕੋਈ ਨਾ ਕੋਈ ਅੰਪੀਰੀਅਨ ਲੂਪ ਡਰਾ ਕਰ ਦਿੰਨਾ ਇਸ ਤਰ੍ਹਾਂ ਆ ਲੂਪ ਡਰਾ ਕਰਤੀ ਜਿਹੜੀ P ਪੁਆਇੰਟ 'ਚੋਂ ਪਾਸ ਕਰਦੀ ਪਈ ਇੱਥੇ ਕਰੰਟ ਵੇਖੋ ਕਿੱਥੇ ਜ਼ੀਰੋ ਹੋਈ ਜਾਣਾ ਆ ਪਹਿਲੀ ਰਿੰਗ ਆ ਦੂਜੀ ਰਿੰਗ ਪਹਿਲੀ ਰਿੰਗ ਦੇ ਵਿੱਚ ਕਰੰਟ ਡਾਊਨਵਰਡ ਦੂਜੀ ਰਿੰਗ ਦੇ ਵਿੱਚ ਅਪਵਰਡ ਕੈਂਸਲ ਹੋ ਗਿਆ ਪਹਿਲੀ ਰਿੰਗ ਦੇ ਵਿੱਚ ਡਾਊਨਵਰਡ ਦੂਜੀ ਦੇ ਵਿੱਚ ਅਪਵਰਡ ਕੈਂਸਲ ਹੋ ਗਿਆ ਪਹਿਲੀ ਦੇ ਵਿੱਚ ਡਾਊਨਵਰਡ ਦੂਜੀ ਦੇ ਵਿੱਚ ਅਪਵਰਡ ਕੈਂਸਲ ਹੋ ਗਿਆ ਇਦਾਂ ਹੀ ਅੱਗੇ ਵੀ ਕੋਈ ਰਿੰਗ ਆ ਜਿਸ 'ਚ ਅਪਵਰਡ ਕੈਂਸਲ ਹੋ ਗਿਆ ਕਿਉਂਕਿ ਆਪਾਂ ਇਹਨੂੰ ਸੀਮਤ ਨਹੀਂ ਰੱਖਿਆ ਆਪਾਂ ਇਹਨੂੰ ਇਨਫਾਈਨਾਈਟ ਤੱਕ ਲੈ ਕੇ ਗਏ ਆਪਾਂ ਆਈਡੀਅਲ ਸੋਲੇਨੋਇਡ ਦੀ ਗੱਲ ਕਰਦੇ ਪਏ ਫਿਰ ਅੱਗੇ ਵੀ ਕੋਈ ਨਾ ਕੋਈ ਰਿੰਗ ਹੋਊਗੀ ਜਿੰਨੇ ਆ ਕੈਂਸਲ ਕਰ ਦੇਣਾ ਜਿੰਨੇ ਵੀ ਕਰੰਟ ਬਾਹਰ ਆ ਉਹ ਸਾਰੇ ਕੈਂਸਲ ਹੋ ਗਏ ਤੇ ਮੈਗਨੈਟਿਕ ਫੀਲਡ ਜਿਹੜੀ ਆ ਉਹ ਕਰੰਟ ਤੇ ਡਿਪੈਂਡ ਕਰਦੀ B ਦੀ ਵੈਲਿਊ ਕਿਹਦੇ ਤੇ ਡਿਪੈਂਡ ਕਰਦੀ ਕਰੰਟ ਤੇ ਜਦੋਂ ਸਾਰੇ ਕਰੰਟ ਹੀ ਜ਼ੀਰੋ ਹੋ ਗਏ ਤੇ ਨੈਟ ਮੈਗਨੈਟਿਕ ਫੀਲਡ ਆਊਟਸਾਈਡ ਤੇ ਕਿੰਨੀ ਹੋ ਗਈ ਜ਼ੀਰੋ ਤੇ ਸਿਰਫ ਇੱਥੇ ਰਹਿਣੀ ਐਕਸਿਸ ਦੇ ਉੱਪਰ ਜਾਂ ਇਨਸਾਈਡ ਕਿਉਂਕਿ ਇੱਥੇ ਕਰੰਟ ਜਿਹੜਾ ਇੱਕ ਡਾਇਰੈਕਸ਼ਨ 'ਚ ਹੈਗਾ ਵਾ ਲੱਗ ਜਾਂਦਾ ਪਤਾ ਠੀਕ ਹੈ ਨਾ
ਹੁਣ ਆਪਾਂ ਟਰੋਇਡ ਪੜ੍ਹਨਾ ਵਾ, ਉਹਦੀ ਸਿਰਫ ਅੱਜ ਆਪਾਂ ਡਾਇਗਰਾਮ ਸਮਝਣੀ, ਬਾਕੀ ਚੀਜ਼ਾਂ ਕੱਲ ਕਰਾਂਗੇ। ਇਹਦੀ ਇੰਪੋਰਟੈਂਸ ਵੀ ਸੋਲੇਨੋਇਡ ਜਿੰਨੀ ਆ, ਇਹਦਾ ਰਿਜ਼ਲਟ ਵੀ ਕਿੰਨਾ ਆਉਣਾ, ਇਹਨੂੰ ਪੂਰਾ ਲਰਨ ਹੀ ਰੱਖਿਓ, ਮਿਊ ਨੋਟ ਐਨ ਆਈ, ਇਹੋ ਰਿਜ਼ਲਟ ਹੁੰਦਾ ਜੀ। ਬਣਿਆ ਸੋਲੇਨੋਇਡ ਤੋਂ ਹੀ ਆ। ਜਿਹੜਾ ਸੋਲੇਨੋਇਡ ਆ ਉਹਨੂੰ ਕਨਵਰਟ ਕਰ ਦੇਈਦਾ ਇਨਟੂ ਰਿੰਗ, ਰਿੰਗ ਦੇ ਵਿੱਚ ਕਨਵਰਟ ਕਰ ਦੇਈਦਾ ਤੇ ਕੀ ਬਣ ਜਾਂਦਾ ਉਹ ਟੋਰੋਇਡ। ਜਿੱਦਾਂ ਸੋਲੇਨੋਇਡ ਹੈਗਾ ਹੀ ਆਪਣੇ ਕੋਲ, ਨੈਗੇਟਿਵ ਪੋਜ਼ਿਟਿਵ ਕਰੰਟ ਫਲੋ ਕਰਦਾ ਪਿਆ, ਠੀਕ ਹੈ। ਆ ਸਾਡੇ ਕੋਲ ਹੈਗਾ ਹੀ ਸੋਲੇਨੋਇਡ। ਸੋਲੇਨੋਇਡ ਇਹਨੂੰ ਰਿੰਗ ਦੇ ਵਿੱਚ ਇਹਨੂੰ ਮਰੋੜ ਦੇਣਾ, ਇਸ ਤਰ੍ਹਾਂ ਮਰੋੜੋਗੇ ਤੇ ਇਹ ਇਸ ਤਰ੍ਹਾਂ ਦੀ ਚੀਜ਼ ਬਣ ਜਾਣੀ। ਬੈਟਰੀ ਉਸੇ ਤਰ੍ਹਾਂ ਲੱਗੀ, ਆ ਰਿੰਗ ਜੀ ਬਣ ਗਈ ਨਾ। ਇਹ ਕੀ ਹੋ ਗਿਆ ਟਰੋਇਡ। ਜੇ ਆ ਡਾਇਗਰਾਮ ਜੀ ਤੁਹਾਨੂੰ ਲੱਗਦਾ ਥੋੜੀ ਗੰਦੀ ਜੀ ਬਣਦੀ ਹੈ, ਇਹਨੂੰ ਦੇਖਿਓ ਸਹੀ ਤਰੀਕੇ ਨਾਲ ਕਿੱਦਾਂ ਆਪਾਂ ਬਣਾ ਸਕਦੇ। ਸਮਝ ਲੱਗ ਗਿਆ ਨਾ, ਇਹਨੂੰ ਮਰੋੜ ਕੇ ਆਪਾਂ ਬਣਾਈਦਾ ਜੀ। ਤੁਸੀਂ ਕੀ ਕਰਨਾ ਵਾ, ਇੱਦਾਂ ਦੋ ਕੰਸੈਂਟਰਿਕ ਸਰਕਲ ਬਣਾ ਲਿਓ। ਕੰਸੈਂਟਰਿਕ ਸਰਕਲ, ਇਹਦੇ ਉੱਪਰ ਵਾਇਰ ਨੂੰ ਇਸ ਤਰ੍ਹਾਂ ਬਣਾਈ ਜਾਇਓ ਐਸ ਜੀ। ਇੱਥੋਂ ਚੱਲੇ ਹੀ ਆਪਾਂ ਇਹਨੂੰ ਹੇਠਾਂ ਜਿਹਨੂੰ ਲਾਈਨ ਲੈ ਆਉਨੇ, ਵਾਇਰ ਇੱਧਰ ਆ ਗਈ ਤੇ ਆਹ ਲਾਸਟ ਵਾਇਰ ਹੀ ਇਸ ਤਰ੍ਹਾਂ ਇਹਨਾਂ ਨੂੰ ਬੈਟਰੀ ਦੇ ਨਾਲ ਜੋੜ ਦੇਣਾ। ਆਹ ਟਰੋਇਡ ਬਣ ਗਿਆ, ਠੀਕ। ਆਪਾਂ ਉਹਦੇ ਉੱਪਰ ਕੋਇਲ ਹੀ ਕੀਤੀ ਆ ਵਾਇਰ। ਮੈਗਨੈਟਿਕ ਫੀਲਡ ਇੱਕ ਤੇ ਆਪਾਂ ਸੈਂਟਰ 'ਚ ਲੱਭਣੀ ਜੇ, ਕੱਲ੍ਹ ਹੀ ਕਰਾਂਗੇ ਡੈਰੀਵੇਸ਼ਨ। ਇੱਕ ਆਪਾਂ ਇਨਸਾਈਡ ਲੱਭਣੀ ਜੇ, ਇੱਕ ਆਪਾਂ ਕਿੱਥੇ ਪਤਾ ਕਰਨੀ ਆ ਆਊਟਸਾਈਡ। ਤਿੰਨ ਲੋਕੇਸ਼ਨਸ ਲੈਣੀਆਂ। ਤੇ ਕਰੰਟ ਇਸ ਤਰ੍ਹਾਂ ਜੇ ਇੱਥੇ ਦਾ ਕਰੰਟ ਆਈ ਜਾਂਦਾ ਪਿਆ, ਇੱਧਰ ਨੂੰ ਆਊਗਾ, ਇੱਧਰੋਂ ਇਸ ਤਰ੍ਹਾਂ ਐਰੋ ਆਈ ਜਾਣਾ। ਇੱਕ ਤੇ ਮੈਂ ਬਣਾ ਦਿੰਦਾ, ਜਿਹਦੀ ਹੋਰ ਡਾਇਗਰਾਮ ਬਣਾਉਣੀ ਪੈਂਦੀ ਉਹਨੂੰ ਇਸ ਤਰ੍ਹਾਂ ਬਣਾਵਾਂਗੇ ਆਪਾਂ। ਆ ਵੇਖਿਓ ਕਰੰਟ ਇੱਧਰ ਨੂੰ ਜਾਂਦਾ ਪਿਆ ਨਾ, ਇਹਦੀ ਡਾਇਰੈਕਸ਼ਨ ਹੈਗੀ ਆ, ਇੱਥੇ ਕੀ ਆਊਗਾ ਡਾਟ ਕੇ ਕ੍ਰੋਸ ਆਊਗਾ, ਇੱਥੇ ਜਾਂਦਾ ਪਿਆ ਬੋਰਡ ਦੇ ਅੰਦਰ ਵੱਲ ਨੂੰ, ਇੱਥੇ ਕ੍ਰੋਸ ਹੋਣਾ, ਇੱਥੇ ਕੀ ਆਉਣਾ ਜੀ ਡਾਟ, ਡਾਟ ਹੇਠਾਂ ਕ੍ਰੋਸ, ਇੱਥੇ ਡਾਟ ਆਊਗਾ। ਇਹ ਵੀ ਡਾਇਗਰਾਮ ਸਮਝ ਲੱਗ ਜੂਗੀ ਨਾ। ਐਰੋ ਤੋਂ ਡਾਇਰੈਕਸ਼ਨ ਬਣਾ ਦੇਣੀ ਆ। ਜੇ ਇਸ ਤਰ੍ਹਾਂ ਬਣਾਉਣਾ ਪੈ ਜੇ, ਇੱਕ ਜਿਹੜਾ ਹੈਗਾ ਸਰਕਲ ਜਿਹਾ ਉਹਦੇ ਸਾਰੇ ਤੇ ਕ੍ਰੋਸ ਬਣਾ ਦਿਓ, ਜਿਹੜਾ ਦੂਜਾ ਸਰਕਲ ਆ ਉਸ ਸਾਰੇ ਤੇ ਆਪਾਂ ਕੀ ਬਣਾ ਦੇਣੇ ਨੇ ਡਾਟ। ਅੱਜ ਮੈਂ ਤੁਹਾਨੂੰ ਡਾਇਗਰਾਮਸ ਦੱਸਦੀਆਂ ਤੇ ਟਰੋਇਡ ਕਿੱਦਾਂ ਬਣਿਆ ਤੇ ਸੋਲੇਨੋਇਡ ਤੋਂ ਹੀ ਆ, ਤਾਂ ਕਰਕੇ ਆਨਸਰ ਇਹੋ ਹੀ ਆਉਂਦਾ। ਕੱਲ ਇਹਦੀ ਡੈਰੀਵੇਸ਼ਨ ਸਿੱਧੀ ਸਟਾਰਟ ਕਰਨੀ ਆਪਾਂ। ਦੋ ਕੁ ਚੀਜ਼ਾਂ ਦਿਮਾਗ 'ਚ ਬਿਠਾ ਹੀ ਲਓ। ਇੱਥੇ ਮੈਗਨੈਟਿਕ ਫੀਲਡ ਕਿੰਨੀ ਹੋਊਗੀ, ਅੰਦਰ ਬਾਹਰ ਕੋਈ ਕਰੰਟ ਹੀ ਨਹੀਂ ਹੈਗਾ, ਕਿੰਨੀ ਹੋਣੀ 0। ਇਸ ਜਗ੍ਹਾ ਤੇ ਮੈਗਨੈਟਿਕ ਫੀਲਡ ਸਾਨੂੰ ਥੋੜੀ ਸਮਝਣੀ ਪੈਣੀ, ਇਸ ਜਗ੍ਹਾ ਤੇ ਮੈਗਨੈਟਿਕ ਫੀਲਡ, ਕਿਉਂਕਿ ਜਦੋਂ ਆਪਾਂ ਅੰਪੀਰੀਅਨ ਲੂਪ ਬਣਾਈ ਤੇ ਅੰਦਰ ਬਾਹਰ ਕਰੰਟ ਕੋਈ ਨਾ ਕੋਈ ਹੋਊਗਾ। ਜੇ ਮੈਂ ਇੱਥੇ ਅੰਪੀਰੀਅਨ ਲੂਪ ਬਣਾਉਣਾ, ਇੱਥੇ ਵੀ ਮੈਗਨੈਟਿਕ ਫੀਲਡ ਕਿੰਨੀ ਹੁੰਦੀ 0। ਕਾਰਨ ਕੀ ਆ, ਅੰਦਰ ਬਾਹਰ ਇੱਕ ਕਰੰਟ ਹੈਗਾ ਪੋਜ਼ਿਟਿਵ, ਇੱਕ ਹੈਗਾ ਨੈਗੇਟਿਵ, ਦੋਨੋਂ ਕੈਂਸਲ ਹੋ ਜਾਂਦੇ। ਕਰੰਟ ਨੈਟ ਕਰੰਟ ਕਿੰਨਾ 0 ਲੱਗ ਜੂ ਪਤਾ। ਆਊਟਸਾਈਡ ਵੀ 0, ਇਨਸਾਈਡ ਵੀ 0 ਤੇ ਸਿਰਫ ਇੱਥੇ ਐਗਜ਼ਿਸਟ ਕਰਨੀ ਤੇ ਉਹ ਆਨਸਰ ਆ ਆਉਣਾ। ਇਹ ਕਿੱਦਾਂ ਆਉਂਦਾ ਕੱਲ ਕਰਾਂਗੇ।